ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਖਬਰਾਂ ਟੌਪ ਦੀਆਂ ਦੇ ਵਿੱਚ ਤੁਹਾਡਾ ਸਵਾਗਤ ਹੈ। ਵੱਡੀਆਂ ਖਬਰਾਂ। ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਤੇ ਟਵੀਟ ਕਰ ਰਹੇ ਨੇ, ਜਿਸ ਤੋਂ ਇਹ ਲੱਗਦਾ ਹੈ ਕਿ ਜਾਂ ਤਾਂ ਉਹ ਕਾਂਗਰਸ ਵਿੱਚੋਂ ਬਾਹਰ ਜਾਣਗੇ ਜਾਂ ਫਿਰ ਕਾਂਗਰਸ ਉਹਨਾਂ ਨੂੰ ਬਾਹਰ ਕੱਢਣ ਦੇ ਮੋੜ ਵਿੱਚ ਹੈ, ਕਿਉਂਕਿ ਰਵਨੀਤ ਬਿੱਟੂ ਹੋਣਾ ਦਾ ਇੱਕ ਹੋਰ ਨਵਾਂ ਬਿਆਨ ਸਾਹਮਣੇ ਆਇਆ। ਉਧਰੋਂ ਭਾਜਪਾ ਵੀ ਇਸ ਮਸਲੇ ਨੂੰ ਲੈ ਕੇ, ਬੇਅਦਬੀ ਵਾਲੇ ਮਸਲਿਆਂ ਨੂੰ ਲੈ ਕੇ, ਜਾਂ ਹੁਣ ਤੱਕ ਕਾਂਗਰਸ ਨੇ ਜਿਹੜੇ ਵਾਅਦੇ ਕੀਤੇ ਨੇ ਉਹਨੂੰ ਲੈ ਕੇ ਭਾਜਪਾ ਵੀ ਕਾਂਗਰਸ ਦੇ ਉੱਤੇ ਤੰਜ ਕੱਸ ਰਹੀ ਹੈ। ਇਸ ਉੱਤੇ ਸਿਆਸਤ ਕਾਫੀ ਗਰਮ ਹੈ। ਗੱਲਬਾਤ ਕਰਾਂਗੇ ਕਿ ਆਖਿਰਕਾਰ ਪਰਦੇ ਦੇ ਪਿੱਛੇ ਕੀ ਕੁਝ ਚੱਲ ਰਿਹਾ। ਜਿਵੇਂ ਜਿਹੜੇ ਪ੍ਰਸ਼ਾਂਤ ਕਿਸ਼ੋਰ ਨੇ ਉਹਨਾਂ ਦਾ ਸਾਈਡ ਤੇ ਹੋਣਾ, ਪਰ ਪਿਛਲੇ ਪਾਸਿਓਂ ਕਿਤੇ ਨਾ ਕਿਤੇ ਫਿਰ ਰਣਨੀਤੀ ਪੰਜਾਬ ਦੇ ਵਿੱਚ ਘੜਨਾ, ਉਹ ਵੀ ਸਵਾਲਾਂ ਦੇ ਘੇਰੇ ਵਿੱਚ ਹੈ ਕਿ ਆਖਿਰਕਾਰ ਚੱਲ ਕੀ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ। ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਵਿੱਚ ਕਰੋਨਾ ਨੂੰ ਲੈ ਕੇ ਜਾਂ ਹੋਰ ਮਾਮਲਿਆਂ ਨੂੰ ਲੈ ਕੇ ਜਦੋਂ ਮਜ਼ਦੂਰ ਜਿਹੜੇ ਨੇ ਲੋਕਡਾਊਨ ਦੇ ਦੌਰਾਨ ਆਪੋ ਆਪਣੇ ਘਰਾਂ ਨੂੰ ਪਰਤ ਰਹੇ ਨੇ, ਉਹਨਾਂ ਦੀ ਜਿਹੜੀ ਉਹਨਾਂ ਦੇ ਵਿੱਚ ਜਿਸ ਤਰ੍ਹਾਂ ਦੀ ਹਾਹਾਕਾਰ ਮਚੀ ਹੋਈ ਹੈ, ਉਹਨੂੰ ਲੈ ਕੇ ਜੋ ਚਰਚਾਵਾਂ ਨੇ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ। ਹੋਰ ਵੀ ਖਬਰਾਂ ਨਾਲੋਂ ਨਾਲ ਹੋਣਗੀਆਂ। ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ ਮੌਜੂਦ ਨੇ। ਪਰਮਿੰਦਰ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ ਸੁਖਵਿੰਦਰ ਜੀ, ਧੰਨਵਾਦ ਹੈ ਤੁਹਾਡਾ। ਪਰਮਿੰਦਰ ਜੀ, ਕਿਸ ਤਰ੍ਹਾਂ ਦੇਖਦੇ ਹੋ ਨਵਜੋਤ ਸਿੰਘ ਸਿੱਧੂ ਉੱਤੇ ਰਵਨੀਤ ਸਿੰਘ ਬਿੱਟੂ ਇੱਕ ਵੱਡਾ ਹਮਲਾ ਬੋਲ ਰਹੇ ਨੇ ਤੇ ਭਾਜਪਾ ਉੱਧਰੋਂ ਤਿਆਰ ਹੈ, ਭਾਜਪਾ ਵੀ ਕਾਂਗਰਸ ਨੂੰ ਬੁਰੀ ਤਰ੍ਹਾਂ ਘੇਰ ਰਹੀ ਹੈ। ਵਿਰੋਧੀਆਂ ਪਾਰਟੀਆਂ ਨੇ ਤਾਂ ਸੁਖਵਿੰਦਰ ਜੀ ਜਿਹੜੇ ਹਮਲੇ ਕਰਨੇ ਨੇ ਉਹ ਤਾਂ ਕਰਨੇ ਹੀ ਹੁੰਦੇ ਨੇ। ਜਿੱਦਾਂ ਚਾਹੇ ਉਹਨਾਂ ਨੂੰ ਤਾਂ ਮੁੱਦਾ ਚਾਹੀਦਾ ਹੁੰਦਾ, ਚਾਹੇ ਪੰਜਾਬ ਦੇ ਵਿਕਾਸ ਦਾ ਆ ਜਾਂ ਪੰਜਾਬ ਦੇ ਲੋਕਾਂ ਦਾ ਜਾਂ ਪੰਜਾਬ ਦੀ ਸਿਆਸਤ ਦਾ ਹੈ, ਜਾਂ ਕੋਈ ਇੱਦਾਂ ਦਾ ਕੰਮ ਕੋਈ ਕਰ ਲਵੇ ਜਿਹਦੇ ਨਾਲ ਸਰਕਾਰ ਦੀ ਜ਼ਿੰਮੇਵਾਰੀ ਤੈਅ ਹੁੰਦੀ ਹੋਵੇ, ਜਿਹਦੇ ਵਿੱਚ ਉਹ ਘੇੜਦੇ ਰਹਿੰਦੇ ਨੇ। ਹਾਲਾਂਕਿ ਵਿਰੋਧੀ ਧਿਰਾਂ ਦੇ ਵਿੱਚ ਜ਼ਿਆਦਾਤਰ ਪਹਿਲਾਂ ਵਿਰੋਧੀ ਧਿਰ ਉਹੀ ਰਹੀ ਹੈ ਜਿਹੜੀ ਕਦੇ ਹੁਕਮਰਾਨ ਪਾਰਟੀ ਰਹੀ ਹੁੰਦੀ ਹੋਵੇ। ਪੰਜਾਬ ਦੀ ਗੱਲ ਕਰਦੇ ਆਪਾਂ, ਉਹਦਾ ਸਿੱਧਾ ਸੰਬੰਧ ਆਪਾਂ ਕਹਿ ਲਓ ਕਿ ਅਕਾਲੀ ਭਾਜਪਾ ਸਰਕਾਰਾਂ ਬਣੀਆਂ ਜਦੋਂ, ਅਤੇ ਬਾਅਦ ਵਿੱਚ ਵਿਰੋਧੀ ਧਿਰ ਵੀ ਰਹੀਆਂ ਨੇ, ਅਤੇ ਉਹ ਇੱਦਾਂ ਹੀ ਕਾਂਗਰਸ ਵਿਰੋਧੀ ਧਿਰ ਰਹੀ ਹੈ ਉਹਨਾਂ ਦੀ। ਅਤੇ ਇਹ ਆਪਸ ਵਿੱਚ ਇੱਕ ਦੂਜੇ ਨਾਲ ਖਹਿਬਾਜ਼ੀ ਕਰਦੇ ਸੀ, ਕਿਤੇ ਫਿਕਸ ਮੈਚ ਹੋ ਜਾਂਦਾ ਸੀਗਾ, ਕਿਤੇ ਹੱਥ ਮਿਲਾਉਣਾ ਜਾਂ ਕਿਤੇ ਕਹਿ ਲਓ ਕਿ ਦੋਸਤੀ ਮਿੱਤਰਤਾ ਨਾਲ ਚੱਲਦੇ ਆ ਰਹੇ ਸੀਗੇ ਹੁਣ ਤੱਕ। ਅਤੇ ਹੁਣ ਆਮ ਆਦਮੀ ਪਾਰਟੀ ਨੇ ਪੈਰ ਪਸਾਰਿਆ ਵਿੱਚ ਪੰਜਾਬ ਦੇ ਥੋੜ੍ਹਾ ਬਹੁਤਾ ਵਿਰੋਧੀ ਧਿਰ ਵਜੋਂ ਉੱਭਰ ਕੇ ਆਈ, ਤਾਂ ਉਹਨਾਂ ਨੇ ਵੀ ਦੋਨਾਂ ਪਾਰਟੀਆਂ ਨੂੰ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ ਖਿੱਚਣਾ ਸ਼ੁਰੂ ਕੀਤਾ, ਜਾਂ ਕਹਿ ਲਓ ਕਿ ਉਹਨਾਂ 'ਤੇ ਤੰਜ ਕੱਸਣੇ ਸ਼ੁਰੂ ਕੀਤੇ, ਉਹਨਾਂ ਦੇ ਕੰਮ ਕਾਜਾਂ 'ਤੇ ਕੁਐਸਚਨ ਮਾਰਕ ਲਾਉਣੇ ਸ਼ੁਰੂ ਕੀਤੇ। ਪਰ ਜਦੋਂ ਪਾਰਟੀ ਦੇ ਅੰਦਰੂਨੀ, ਜਿੱਦਾਂ ਅਕਾਲੀ ਦਲ 'ਚ ਵੀ ਹੁੰਦਾ ਆ, ਲਗਾਤਾਰ ਪਹਿਲਾਂ ਬਰਨਾਲਾ ਸਾਹਿਬ ਤੋਂ ਲੈ ਕੇ ਟੌੜਾ ਸਾਹਿਬ ਜਾਂ ਚੰਦੂ ਮਾਜਰਾ, ਇਹਨਾਂ ਨੇ ਬਗਾਵਤੀ ਸੁਰਾਂ ਦਿਖਾਈਆਂ ਨੇ ਜਿਵੇਂ, ਤਾਂ ਹੁਣ ਅੰਦਰੋਂ ਹੀ ਪਾਰਟੀ ਦੇ ਅੰਦਰੋਂ ਹੀ ਉੱਠੀਆਂ ਸੀਗੀਆਂ ਇਹ। ਅਤੇ ਇਸੇ ਤਰ੍ਹਾਂ ਹੁਣ ਜਿਹੜਾ ਕਾਂਗਰਸ ਦੇ ਵਿੱਚ ਹੋਇਆ, ਕੈਪਟਨ ਅਮਰਿੰਦਰ ਸਿੰਘ ਦਾ ਲਗਾਤਾਰ ਵਿਰੋਧ ਹੁੰਦਾ ਆ ਰਿਹਾ। ਕਾਂਗਰਸੀ ਆਪ ਹੀ ਕਰ ਰਹੇ ਨੇ ਅੰਦਰੋਂ, ਜਿਨ੍ਹਾਂ ਨੂੰ ਸਰਕਾਰ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ, ਜਾਂ ਜਿਨ੍ਹਾਂ ਨੇ ਕਹਿ ਲਓ ਕਿ ਕੰਮ ਕਰਨ ਦੀ ਇੱਛਾ ਰੱਖੀ ਹੋਊ ਕਿਤੇ ਨਾ ਕਿਤੇ, ਆਪਾਂ ਕਿਉਂਕਿ ਉਹਨਾਂ ਦੇ ਬਹੁਤ ਜ਼ਿਆਦਾ ਨਜ਼ਦੀਕੀ ਤਾਂ ਹੈ ਨਹੀਂ, ਉਹਨਾਂ ਦੇ ਤਾਂ ਉਹੀ ਜਾਣਦੇ ਨੇ, ਅਤੇ ਉਹ ਹੁਣ ਸਰਕਾਰ ਨੂੰ ਘੇਰਦੇ ਨੇ। ਪਰ ਜਿਹੜੀ ਮਨਸ਼ਾ ਵਿੱਚੋਂ ਨਿਕਲ ਕੇ ਆਉਂਦੀ ਹੈ ਸੁਖਵਿੰਦਰ ਜੀ, ਉਹ ਇਹੀ ਹੈ ਕਿ ਜਿੱਦਾਂ ਜਦੋਂ ਦਾ ਕੈਪਟਨ ਅਮਰਿੰਦਰ ਸਿੰਘ ਨੇ ਦੁਬਾਰਾ ਚੋਣ ਲੜਨ ਦਾ ਮਨ ਬਣਾਇਆ, ਅਨਾਊਂਸਮੈਂਟ ਕੀਤੀ ਆ, ਤਾਂ ਉਦੋਂ ਤੋਂ ਸਾਰਿਆਂ ਨੂੰ ਇਹੀ ਲੱਗਣ ਲੱਗ ਗਿਆ ਕਿ ਇਸ ਵਾਰ ਫੇਰ ਕੈਪਟਨ ਅਮਰਿੰਦਰ ਸਿੰਘ 'ਤੇ ਦਾ ਖੇਡਿਆ ਜਾਊ, ਹਾਈ ਕਮਾਂਡ ਖੇਡੇਗੀ, ਅਤੇ ਫਿਰ ਮੁੱਖ ਮੰਤਰੀ ਨੂੰ ਬਣਾਇਆ ਜਾਊਗਾ ਵੀ ਅਸੀਂ ਤਾਂ ਫੇਰ ਰਹਿ ਗਏ। ਅਤੇ ਉਹਨਾਂ ਦਾ ਬਣਦਾ ਵੀ ਜਾਇਜ਼ ਹੈ। ਜਦੋਂ ਲਗਾਤਾਰ ਪਾਰਟੀ ਦੀਆਂ ਲਈ ਸੇਵਾ ਕਰ ਰਹੇ ਹੋਣ, ਲਗਾਤਾਰ ਪਾਰਟੀ ਦੀ ਕਾਰਗੁਜ਼ਾਰੀ ਆਪਣੀ ਨਿਭਾਉਂਦੇ ਆ ਰਹੇ ਹੋਣ, ਜਾਂ ਜੋ ਜ਼ਿੰਮੇਵਾਰੀ ਲੱਗੀ ਉਹ ਨਿਭਾਉਂਦੇ ਆ ਰਹੇ ਹੋਣ, ਅਤੇ ਉਹਨਾਂ ਨੂੰ ਮੌਕਾ ਨਾ ਮਿਲੇ ਵੱਡੀ ਪੋਸਟ 'ਤੇ ਜਾਣ ਦਾ, ਅਤੇ ਸੀਨੀਅਰ ਬੰਦੇ ਵੀ ਹੋਣ, ਇਹ ਸੋਚ ਲਓ ਕਿ ਉਮਰ ਦਰਾਜ਼ ਵੀ ਹੋ ਰਹੇ ਨੇ। ਔਰ ਖਾਸ ਕਰ ਐਡੀ ਮਹਾਂਮਾਰੀ ਦੇ ਵਿੱਚ ਹਰ ਇੱਕ ਬੰਦੇ ਨੂੰ ਇੰਨੀ ਕੁ ਫਿਕਰ ਹੈ ਕਿ ਕੀ ਪਤਾ ਕਦੋਂ ਸਮਾਂ ਆ ਜਾਏ ਇੱਦਾਂ ਦਾ ਕਿ ਪਰਮਾਤਮਾ ਬੁਲਾ ਲਵੇ ਅਤੇ ਲੰਘ ਜੀ ਇੱਥੋਂ। ਉਹ ਤੋਂ ਪਹਿਲਾਂ ਬੰਦਾ ਚਾਹੁੰਦਾ ਕਿ ਕਿਸੇ ਨਾ ਕਿਸੇ ਮੁਕਾਮ 'ਤੇ ਪਹੁੰਚਿਆ ਜਾਵੇ, ਆਪਣਾ ਨਾਂ ਕਰ ਲਿਆ ਜਾਵੇ। ਸੋ ਪੰਜਾਬ ਦੀ ਸੱਤਾ ਦੇ ਵਿੱਚ ਇੱਕ ਇੱਦਾਂ ਦਾ ਹਰ ਇੱਕ ਬੰਦੇ ਦਾ ਚਾਅ ਹੈ ਕਿ ਮੁੱਖ ਮੰਤਰੀ ਬਣਿਆ ਜਾਵੇ, ਖਾਸ ਕਰ ਜਿਹੜੇ ਸੀਨੀਅਰ ਬੰਦੇ ਨੇ। ਲੇਕਿਨ ਹੁਣ ਸਿੱਧੂ ਵਾਲੀ ਗੱਲ ਕਰਦੇ ਹਾਂ ਤਾਂ ਸਿੱਧੂ ਬੜਾ ਥੋੜ੍ਹਾ ਸਮਾਂ ਹੋਇਆ ਹਲੇ ਕਾਂਗਰਸ ਦੇ ਵਿੱਚ ਆਏ ਨੂੰ, ਅਤੇ ਹੁਣ ਉਹ ਵੀ ਚਾਹੁੰਦੇ ਨੇ ਕਿ ਮੈਂ ਮੁੱਖ ਮੰਤਰੀ ਬਣ ਜਾ ਅਤੇ ਮੈਂ ਹੀ ਸਾਰੇ ਕੰਮ ਕਰ ਲਵਾਂ। ਉਹ ਕੈਪਟਨ ਅਮਰਿੰਦਰ ਨੂੰ ਢਾਹ ਲਾਉਂਦੇ ਨੇ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਮੈਂ ਇੰਨੀ ਛੇਤੀ ਮੈਂ ਢਹਿਣ ਵਾਲਾ ਨਹੀਂ ਹੈਗਾ। ਉਹ ਵੀ ਬੜੇ ਕਹਿ ਲਓ ਅਨੰਬਰਦਾਰ ਸਮਝਦੇ ਨੇ ਆਪਣੇ ਆਪ ਨੂੰ ਕਾਂਗਰਸ ਦਾ, ਉਹ ਵੀ ਸੀਟ ਛੱਡਣ ਲਈ ਤਿਆਰ ਨਹੀਂ ਹੈਗੇ। ਸਵਾਲ ਤਾਂ ਇਹ ਹੈ ਨਾ ਕਿ ਨਵਜੋਤ ਸਿੰਘ ਸਿੱਧੂ ਨੇ ਕਦੋਂ ਕਿਹਾ ਕਿ ਉਹ ਮੁੱਖ ਮੰਤਰੀ ਬਣਨਾ ਚਾਹੁੰਦੇ ਨੇ? ਉਹ ਇਨਸਾਫ ਦੀ ਗੱਲ ਕਰ ਰਹੇ ਨੇ ਲਗਾਤਾਰ ਕਿ ਜੇ ਬੇਅਦਬੀ ਦੇ ਮਾਮਲਿਆਂ ਦਾ ਇਨਸਾਫ ਹੋਇਆ ਹੁੰਦਾ, ਜੇ ਲੋਕਾਂ ਦੀਆਂ ਗੱਲਾਂ ਮੰਨੀਆਂ ਹੁੰਦੀਆਂ, ਤੇ ਅੱਜ ਸਰਕਾਰ ਨੂੰ ਇਹ ਹਾਲ ਜਿਹੜਾ ਨਹੀਂ ਸੀ ਹੋਣਾ। ਦੇਖੋ, ਇਨਸਾਫ ਦੀ ਗੱਲ ਤਾਂ ਜਦੋਂ ਇਹ ਰਿਪੋਰਟ ਖਾਰਜ ਹੋਈ ਹੈ ਨਾ, ਉਹ ਤੋਂ ਬਾਅਦ ਇਹ ਮੁੱਦਾ ਮਿਲ ਗਿਆ।
ਮੈਂ ਸਵਾਲ ਕਰ ਲੈਣਾ, ਇਹ ਕਰ ਲੈਣਾ, ਮੈਂ ਕੋਈ ਪੱਖੀ ਨਹੀਂ ਕਿਸੇ ਦਾ, ਮੈਂ ਸਿਰਫ ਨੀਤੀਆਂ ਦੀ ਗੱਲ ਕਰ ਰਿਹਾ ਜਿਹੜੇ ਪੰਜਾਬ ਦੇ ਲੋਕਾਂ ਦੇ ਲਈ ਜ਼ਰੂਰੀ ਨੇ। ਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਲਈ ਝੂਠ ਬੋਲ ਕੇ ਸੱਤਾ ਬਣਾ ਸਕਦੇ ਨੇ ਤਾਂ ਉਹਨਾਂ ਦਾ ਸਾਡਾ ਵਿਰੋਧ ਹੈ। ਅਸੀਂ ਕਹਿੰਦੇ ਹਾਂ ਕਿ ਬਿਲਕੁਲ ਝੂਠ ਹੈ, ਝੂਠ ਬੋਲਿਆ ਗਿਆ ਤੇ ਲੋਕਾਂ ਨੂੰ ਇਨਸਾਫ ਨਹੀਂ ਦਵਾਇਆ ਗਿਆ। ਪਰ ਕੀ ਇਨਸਾਫ ਕੇਵਲ ਗੋਲੀकांड ਨਾਲ ਹੀ ਮਿਲਣਾ, ਹੱਲ ਹੋਣ ਨਾਲ? 4 ਸਾਲ ਲੰਘ ਗਏ, ਕੀ ਪੰਜਾਬ ਦੇ ਵਿੱਚ ਕੋਈ ਮੁਸ਼ਕਿਲ ਹੀ ਨਹੀਂ ਦਿਖੀ ਕਿਸੇ ਪਾਰਟੀ ਨੂੰ? ਕੈਪਟਨ ਅਮਰਿੰਦਰ ਸਿੰਘ ਨੂੰ ਨਹੀਂ ਦਿਖੀਆਂ ਮੁਸ਼ਕਿਲਾਂ, ਸਿੱਧੂ ਨੂੰ ਨਹੀਂ ਦਿਖੀਆਂ ਮੁਸ਼ਕਿਲਾਂ। ਅੱਜ ਮੁੱਦਾ ਮਿਲ ਗਿਆ, ਅੱਜ ਟਵੀਟ ਤੇ ਟਵੀਟ ਜਾਂ ਬਿਆਨਬਾਜ਼ੀ ਕਰਕੇ, ਜਾਂ ਚਾਹੇ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਜੇ ਬੋਲਣਾ 1% ਆਪਾਂ ਇਹ ਗੱਲ ਕਿ ਨਵਜੋਤ ਸਿੰਘ ਸਿੱਧੂ ਚਲੋ ਕਿਤੇ ਨਾ ਕਿਤੇ 1% ਇੱਕ ਮੁੱਦੇ ਤੇ ਬੋਲ ਰਿਹਾ, ਠੀਕ ਹੈ, ਲਾਲਚ ਨੂੰ ਹੀ ਬੋਲ ਰਿਹਾ, ਠੀਕ ਹੈ। ਪਰ ਕੈਪਟਨ ਅਮਰਿੰਦਰ ਸਿੰਘ ਨੂੰ ਉਹਦਾ ਜਵਾਬ ਤਾਂ ਦੇਣਾ ਚਾਹੀਦਾ ਹੈ ਕਿ ਭਾਈ ਆ ਜਾ, ਤੂੰ ਆ ਜਾ, ਜਾਂ ਮੈਂ ਤੇਰੇ ਨਾਲ ਚੱਲਦਾ ਜਿੱਥੇ ਲੈ ਕੇ ਜਾਣਾ, ਆ ਜਾਓ ਦੇਖੀਏ ਕਿੱਥੇ ਕੀ ਕਮੀ ਹੈ, ਆਪਾਂ ਸਜ਼ਾ ਦਵਾਈਏ। ਫਿਰ ਦੂਜੀ ਗੱਲ, ਹੁਣ ਸਜ਼ਾ ਦਿਵਾਉਣ ਦੀ ਗੱਲ ਹੁੰਦੀ ਆ, ਨਵਜੋਤ ਸਿੰਘ ਸਿੱਧੂ ਲਗਾਤਾਰ ਕਹਿੰਦੇ ਕਿ ਇਨਸਾਫ ਦਿਵਾਉਣਾ ਚਾਹੀਦਾ। ਹੁਣ ਨਵਾਂ ਟਵੀਟ ਜਿਹੜਾ ਉਹਨਾਂ ਨੇ ਛੱਡਿਆ ਉਹਦੇ ਵਿੱਚ ਵੀ ਕਿਹਾ ਕਿ 6 ਸਾਲ ਹੋ ਗਏ, ਹੁਣ ਫਿਰ ਨਵੀਂ ਸਿੱਟ ਦੀ ਉਡੀਕ ਕਰਾਂਗੇ ਜੀ, ਠੀਕ ਹੈ। ਤਾਂ ਫੜ ਕੇ ਦੋਸ਼ੀਆਂ ਨੂੰ, ਮੁੱਖ ਦੋਸ਼ੀ ਨੇ ਜਿਹੜੇ, ਫੜ ਕੇ ਅੰਦਰ ਕਿਉਂ ਨਹੀਂ ਕਰਿਆ ਜਾਂਦਾ? ਪਹਿਲੀ ਤਾਂ ਗੱਲ ਇਹ ਹੈ ਕਿ ਯਾਰ ਕੋਈ ਕੌਣ ਬੰਦਾ ਹੈਗਾ ਜਿਹੜਾ ਨਿਰਧਾਰਿਤ ਕਰੇਗਾ ਦੋਸ਼ੀ ਕੌਣ ਆ? ਕਿਹਨੂੰ ਫੜ ਕੇ ਅੰਦਰ ਕਰਦੀ ਇੱਦਾਂ? ਕੌਣ ਫੜੇਗਾ? ਜਦੋਂ ਤੁਹਾਡੇ ਲੀਡਰ ਨੇ, ਤੁਹਾਡੇ ਕੈਪਟਨ, ਤੁਹਾਡੇ ਕਪਤਾਨ ਜਿਹਨੂੰ ਤੁਸੀਂ ਮੰਨਿਆ, ਉਹ ਕਾਂਗਰਸ ਸਰਕਾਰ ਤਾਂ ਕੈਪਟਨ ਦੀ ਸੀ ਨਾ, ਤੇ ਅਗਵਾਈ ਵੀ ਕੈਪਟਨ ਦੀ ਰਹੀ ਆ, ਤੇ ਇਹਨਾਂ ਨੇ ਕਬੂਲੀ ਵੀ ਆ ਸਾਰਿਆਂ ਨੇ, ਵਿੱਚ ਨਵਜੋਤ ਸਿੰਘ ਸਿੱਧੂ ਸੀ ਉਸ ਟਾਈਮ ਤਾਂ ਕੈਪਟਨ ਸੀ ਨਾ। ਚਲੋ ਬਾਅਦ 'ਚ ਆ ਕੇ ਇਹਨਾਂ ਨੇ ਕਹਿਤਾ ਮੇਰਾ ਕਪਤਾਨ ਤਾਂ ਰਾਹੁਲ ਹੈ, ਤਾਂ ਰਾਹੁਲ ਤੋਂ ਹੀ ਕਹਾ ਦੇਣਾ ਕੈਪਟਨ ਨੂੰ। ਜੇ ਕੈਪਟਨ ਨੇ ਨਹੀਂ ਕੀਤਾ ਤਾਂ ਕਪਤਾਨ ਤਾਂ ਤੁਹਾਡਾ ਹੀ ਰਿਹਾ, ਤੁਸੀਂ ਉਦੋਂ ਕਿਉਂ ਨਹੀਂ ਬੋਲੇ ਹੈਗੇ? ਤੁਸੀਂ ਅੱਜ ਬੋਲਦੇ ਹੋ। ਮੈਂ ਫਿਰ ਉਹੀ ਗੱਲ ਕਰਦਾ ਕਿ ਕਾਰਵਾਈ ਕਿਉਂ ਨਹੀਂ ਕਰਦੇ ਤੁਸੀਂ ਸਾਰੇ ਰਲ ਕੇ ਇਕੱਠੇ ਕਿਉਂ ਨਹੀਂ ਹੁੰਦੇ? ਹੁਣ ਜਿਹੜੀ ਨਵੀਂ ਤੁਸੀਂ ਦੇਖੋ ਨਵੀਂ ਪੋਜੀਸ਼ਨ ਕੀ ਆਈ ਆ, ਜਿਹੜੇ ਹਾਈ ਕਮਾਂਡ ਤੋਂ ਆਦੇਸ਼ ਹੋਏ ਨੇ ਉਹਨਾਂ ਦੇ ਉੱਤੇ ਦੇਖੋ ਕਿੱਦਾਂ ਅਮਲ ਹੋਣਾ ਸ਼ੁਰੂ ਹੋ ਗਿਆ। ਸੁਰਾਂ ਬਦਲੀਆਂ ਨਹੀਂ ਸਾਰਿਆਂ ਦੀਆਂ। ਕੀ ਤੁਹਾਨੂੰ ਬਿਆਨ ਨਹੀਂ ਤੁਸੀਂ ਸੁਣੇ ਹੈਗੇ ਸਭ ਦੇ? ਹੁਣ ਸਭ ਦੇ ਬਿਆਨ ਸਾਹਮਣੇ ਆ ਰਹੇ ਨੇ। ਹੁਣ ਨਵਜੋਤ ਸਿੰਘ ਸਿੱਧੂ ਨੂੰ ਬਾਹਰ ਕੱਢਣ ਦੀ ਜਿਹੜੀ ਹੈ ਉਹ ਸ਼ੁਰੂ ਹੋ ਗਈ ਹੈ, ਇੱਕ ਕਵਾਇਦ ਸ਼ੁਰੂ ਹੋ ਗਈ ਹੈ। ਪਹਿਲਾਂ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਮੇਰੇ ਨਾਲ ਨੇ ਸਾਰੇ। ਹੁਣ ਜਦੋਂ ਮੈਂ ਪਹਿਲਾਂ ਵੀ ਕਿਹਾ ਕਿ ਹਾਈ ਕਮਾਂਡ ਦੇ ਇਸ਼ਾਰੇ ਤੋਂ ਬਿਨਾਂ ਕੋਈ ਵੀ ਨਹੀਂ ਚੱਲ ਸਕਦਾ ਕਾਂਗਰਸੀ, ਤੇ ਕਾਂਗਰਸ ਦਾ ਇੱਕ ਵੀ ਬੰਦਾ, ਕੋਈ ਚਾਹੇ ਕੋਈ ਚੇਅਰਮੈਨ ਹੈ, ਚਾਹੇ ਕੋਈ ਕੁਛ ਹੈ, ਹਾਈ ਕਮਾਂਡ ਦਾ ਆਰਡਰ ਹੋ ਜਾਏ ਉਹ ਤੋਂ ਬਾਹਰ ਚੱਲ ਜਾਏ, ਚਾਹੇ MLA, ਚਾਹੇ ਮੰਤਰੀ, ਚਾਹੇ ਮੁੱਖ ਮੰਤਰੀ ਹੈ, ਉਹ ਕਦੇ ਵੀ ਉਸ ਪੋਜੀਸ਼ਨ 'ਤੇ ਰਹਿੰਦਾ ਹੀ ਨਹੀਂ। ਔਰ ਕੱਲ੍ਹ ਪਰਸੋਂ ਲਾਲ ਸਿੰਘ ਨੇ ਬੜਾ ਪਰਫੈਕਟ ਜਿਹਾ ਇੱਕ ਬਿਆਨ ਦਿਆ ਸੀਗਾ ਜਿਹੜਾ ਨਪਿਆ ਤੁਲਿਆ ਲੱਗ ਗਿਆ ਮੈਨੂੰ। ਉਹਨੂੰ ਪੜ੍ਹ ਕੇ ਦੇਖਿਆ ਤਾਂ ਉਹਦੇ ਵਿੱਚ ਇੱਕ ਗੱਲ ਆਈ ਕਿ ਜਦੋਂ ਕਾਂਗਰਸ ਦੇ ਜਿਹਨੂੰ ਹਾਈ ਕਮਾਂਡ ਨੇ ਜ਼ਿੰਮੇਵਾਰੀ ਸੌਂਪੀ, ਉਹਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਵੱਲ ਸੀਗਾ, ਤਾਂ ਉਹ ਕਹਿੰਦੇ ਵੀ ਉਹ ਚਾਹੇ ਭੱਠਲ ਸੀ, ਤਾਂ ਚਾਹੇ ਹਰਚਰਨ ਸਿੰਘ ਬਰਾੜ ਦੀ ਅਗਵਾਈ ਵਾਲੀ ਸਰਕਾਰ ਦੀ ਸੀਗੀ, ਚਾਹੇ ਦਰਬਾਰਾ ਸਿੰਘ ਦੀ, ਠੀਕ ਹੈ। ਤਾਂ ਜਦੋਂ ਵਿਰੋਧ ਹੋਇਆ ਤਾਂ ਹਾਈ ਕਮਾਂਡ ਨੇ ਸਾਰਿਆਂ ਨੂੰ ਖੁੰਝੇ ਲਾ ਕੇ ਰੱਖਿਆ। ਉਹਦਾ ਕਹਿਣ ਦਾ ਭਾਵ ਸੀਗਾ ਵੀ ਹੁਣ ਜਿਹੜੇ ਮੰਤਰੀ ਜਾਂ MLA ਉਹ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਕਰ ਰਹੇ ਨੇ, ਜਿਹਨੂੰ ਅਗਵਾਈ ਹਾਈ ਕਮਾਂਡ ਨੇ ਸੌਂਪੀ ਹੋਈ ਹੈ, ਤਾਂ ਉਹ ਖੁੰਝੇ ਲੱਗਣ ਲਈ ਤਿਆਰ ਹੋਣ। ਕਹਿੰਦੇ ਬਾਜ ਆ ਜਾਓ। ਲਾਲ ਸਿੰਘ ਨੇ ਬਕਾਇਦਾ ਤੌਰ ਤੇ ਇਹ ਦੱਸਤਾ ਸੀਗਾ। ਆਪਾਂ ਵੀ ਇਹੀ ਗੱਲ ਕਰਦੇ ਹਾਂ ਕਿ ਹਾਈ ਕਮਾਂਡ ਦੇ ਇਸ਼ਾਰੇ ਤੋਂ ਬਿਨਾਂ ਕੋਈ ਵੀ ਨੈਸ਼ਨਲ ਪਾਰਟੀ ਹੈ ਜਿਹੜੀ ਸੂਬੇ ਦੇ ਵਿੱਚ, ਉਹ ਕਦੇ ਨਹੀਂ ਚਾਹੁੰਦੀ ਕਿ ਸਾਡੀ ਬ੍ਰਾਂਚ ਸਾਡੇ ਦੇ ਉੱਪਰ ਹੋ ਕੇ ਚੱਲੇ। ਰਵਨੀਤ ਬਿੱਟੂ ਹੋਣਾ ਦਾ ਕਹਿਣਾ ਹੈ ਕਿ ਬੜੀ ਛੇਤੀ ਜਿਹੜੀ ਐਕਸਪਾਇਰੀ ਡੇਟ ਇਹਨਾਂ ਦੀ ਨਵਜੋਤ ਸਿੰਘ ਸਿੱਧੂ ਦੀ ਆਉਣ ਵਾਲੀ ਹੈ। ਦੇਖੋ ਹੁਣ ਯੂ ਟਰਨ ਦੇਖੋ ਸਾਰਿਆਂ ਦਾ। ਕੱਲ੍ਹ ਮੀਟਿੰਗ ਹੋਈ, ਕੈਪਟਨ ਅਮਰਿੰਦਰ ਸਿੰਘ ਨੇ ਕਹਿੰਦੇ ਉਸ ਮੀਟਿੰਗ ਦੇ ਵਿੱਚ ਬੜਾ ਸਖਤ ਲਹਿਜੇ ਨਾਲ ਉਹਨਾਂ ਬੰਦਿਆਂ ਨੂੰ ਕਹਿਤਾ ਜਿਹੜੇ ਬੰਦੇ ਅਨੁਸ਼ਾਸਨ ਭੰਗ ਕਰ ਰਹੇ ਸੀਗੇ, ਮੰਤਰੀ ਜਾਂ MLA ਜੋ ਵੀ ਸੀਗੇ, ਤਾਂ ਉਹਨਾਂ ਦੇ ਵਿੱਚੋਂ ਅਰੁਣਾ ਚੌਧਰੀ ਉੱਠ ਕੇ ਚੱਲ ਗਈ। ਹੁਣ ਉਹਦਾ ਪਤਾ ਨਹੀਂ ਕਿਉਂ ਉੱਠ ਕੇ ਚਲੇ ਗਏ ਉਹ। ਤਾਂ ਦੂਜੀ ਗੱਲ, ਨਾਲ ਦੀ ਨਾਲ ਸੁਖਜਿੰਦਰ ਰੰਧਾਵਾ ਦਾ ਬਿਆਨ ਆਉਂਦਾ। ਉਹ ਕਹਿੰਦੇ ਵੀ ਮੇਰਾ ਨੀਤੀ ਨਾਲ ਵਿਰੋਧ ਹੋ ਸਕਦਾ ਕਿ ਮੈਂ ਇਨਸਾਫ ਦੀ ਮੰਗ ਕਰ ਸਕਦਾ ਔਰ ਮੈਂ ਕਰਦਾ ਰਹੂੰਗਾ, ਮੇਰਾ ਫਰਜ਼ ਬਣਦਾ, ਮੈਂ ਪਾਰਟੀ ਨੂੰ ਮਜ਼ਬੂਤ ਕਰਨ ਲਈ ਜੇ ਕੋਈ ਗੱਲ ਕਰਦਾ ਤਾਂ ਫਰਜ਼ ਬਣਦਾ। ਉਹ ਕਹਿੰਦੇ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ, ਯੂ ਟਰਨ ਦੇਖੋ ਹੁਣ, ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਜਾਂ ਬੈਠਕਾਂ ਹੋ ਰਹੀਆਂ ਨੇ ਜਾਂ ਆਪਸ ਵਿੱਚ ਬੈਠ ਰਹੇ ਨੇ MLA ਜਾਂ ਮੰਤਰੀ, ਤਾਂ ਉਹਨਾਂ ਦਾ ਮੀਡੀਆ ਦੇ ਵਿੱਚ ਗਲਤ ਪ੍ਰਚਾਰ ਹੋ ਰਿਹਾ, ਕਿਸੇ ਗਲਤ ਤੱਥ ਪੇਸ਼ ਹੋ ਰਹੇ ਨੇ, ਠੀਕ ਹੈ। ਯੂ ਟਰਨ ਆ ਰਿਹਾ ਨਾ, ਤੇ ਉਹ ਕਹਿੰਦੇ ਵੀ ਮੈਂ ਕਾਂਗਰਸੀ ਸੀ
ਕਾਂਗਰਸੀ ਰਹੂੰਗਾ, ਜੰਮਿਆ ਕਾਂਗਰਸ 'ਚ ਦੇ ਵਿੱਚ, ਮਰੂੰਗਾ ਵੀ ਕਾਂਗਰਸ ਦੇ ਵਿੱਚ। ਜਾਣੀ ਕਿ ਉਹ ਪਾਰਟੀ ਛੱਡਣ ਦੇ ਰੌਂ ਦੇ ਵਿੱਚ ਬਿਲਕੁਲ ਨਹੀਂ। ਔਰ ਹੁਣ ਕਿਉਂ ਸਖਤ ਹਦਾਇਤ ਹੋ ਗਈ, ਸੋਨੀਆ ਗਾਂਧੀ ਨੇ ਕਹਿਤਾ ਵੀ ਮਹਾਮਾਰੀ ਦਾ ਚੱਲ ਰਿਹਾ, ਕਰੋਨਾ ਚੱਲ ਰਿਹਾ, ਅਤੇ ਤੁਸੀਂ ਆਪਣੀ ਕਲੇਸ਼ ਪਾਈ ਬੈਠੇ ਹੋ, ਅਤੇ ਇਹਨੂੰ ਇਕਜੁੱਟ ਹੋ ਕੇ ਕਾਂਗਰਸ ਨੂੰ ਮਜ਼ਬੂਤ ਕਰੋ। ਇੰਨਾ ਇਸ਼ਾਰਾ ਬੜਾ ਹੁੰਦਾ। ਅਤੇ ਉਹ ਹੁਣ ਫੇਰ ਬਦਲ ਦੀਆਂ ਸੰਭਾਵਨਾ ਵੀ ਜਿਹੜੀਆਂ ਕੈਪਟਨ ਅਮਰਿੰਦਰ ਸਿੰਘ ਨੇ ਅਨਾਊਂਸ ਕਰਤੀਆਂ, ਹਰ ਇੱਕ ਬੰਦੇ ਨੂੰ ਪਤਾ ਵੀ ਮੇਰੀ ਕੁਰਸੀ ਚਲੀ ਜਾਊਗੀ, ਅਤੇ ਉਹ ਕਿਉਂ ਜਾਣ ਦਊਗਾ ਕੁਰਸੀ। ਅਤੇ ਤੀਜੀ ਗੱਲ, ਜਿਹੜਾ ਰਵਨੀਤ ਬਿੱਟੂ ਦੀ ਗੱਲ ਕੀਤੀ ਹੈ ਤੁਸੀਂ, ਉਹਨਾਂ ਦਾ ਯੂ ਟਰਨ ਦੇਖੋ। ਹੁਣ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਸੀਨੀਅਰ ਦਿਖਣ ਲੱਗ ਗਏ। ਹੁਣ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਮੁਖੀ ਦਿਖਣ ਲੱਗ ਗਏ। ਉਹ ਬਕਾਇਦਾ ਤੌਰ 'ਤੇ ਕਹਿ ਰਹੇ ਨੇ ਕਿ ਨਵਜੋਤ ਸਿੰਘ ਸਿੱਧੂ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਵਿਰੁੱਧ ਬੋਲਦੇ ਆ ਅਤੇ ਸੀਨੀਅਰ ਬੰਦੇ ਨੇ, ਕੀ ਉਹਨਾਂ ਨੂੰ ਦਿਖਦਾ ਨਹੀਂ ਕੀ ਹੁੰਦਾ? ਮਤਲਬ ਉਹ ਕੁਐਸਚਨ ਖੜਾ ਕਰ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਹੈ ਸਾਰਾ ਕੁਛ, ਤੈਨੂੰ ਦੱਸਣ ਦੀ ਕੀ ਲੋੜ ਆ। ਉਹ ਕਹਿੰਦੇ ਹਰ 5 ਸਾਲ ਬਾਅਦ ਨਵਜੋਤ ਸਿੰਘ ਸਿੱਧੂ ਜਿਹੜਾ ਹੈਗਾ ਪਾਰਟੀ ਬਦਲਦਾ, ਦਲ ਬਦਲਦਾ, ਅਤੇ ਉਹ ਹੁਣ 5 ਸਾਲ ਹੋਣ ਜਾ ਰਹੇ ਹੈ ਅਤੇ ਨਵਾਂ ਲੈਵਲ ਲਾਉਣਾ ਇਹਨਾਂ ਨੇ, ਐਕਸਪਾਇਰੀ ਡੇਟ ਆ ਗਈ ਹੈ। ਉਹ ਕਹਿੰਦੇ ਵੀ ਇਹਨਾਂ ਨੇ ਬਦਲਣਾ ਹੀ ਬਦਲਣਾ। ਅਤੇ ਜੇ ਕਹਿੰਦੇ ਦੂਜੀ ਗੱਲ ਉਹਨਾਂ ਨੇ ਇਹ ਵੀ ਕੀਤੀ ਕਿ ਜੇ ਨਵਜੋਤ ਸਿੰਘ ਸਿੱਧੂ ਕੁਛ ਬੋਲਣਾ ਚਾਹੁੰਦਾ ਤਾਂ ਬਾਹਰ ਆ ਕੇ ਬੋਲੇ, ਮੀਡੀਆ ਨਾਲ ਗੱਲ ਕਰੇ, ਸਾਡੇ ਨਾਲ ਗੱਲ ਕਰੇ। ਬਾਹਰ ਤਾਂ ਆਉਂਦਾ ਨਹੀਂ, ਅੰਦਰ ਬੈਠ ਕੇ ਟਵੀਟ ਕਰੀ ਜਾਂਦਾ ਹੈ। ਤਾਂ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਅੰਦਰੋਂ ਉੱਪਰੋਂ ਘੁਰਕੀ ਆਈ ਹੈ ਕੋਈ ਕਿਸੇ ਤਰੀਕੇ ਨਾਲ, ਸਾਰੇ ਕੈਪਟਨ ਅਮਰਿੰਦਰ ਸਿੰਘ ਦਾ ਪੱਖ ਪੂਰਨ ਲੱਗ ਗਏ। ਉਹ ਇਹ ਗੱਲ ਹੁੰਦੀ ਆ, ਆਪਾਂ ਪਹਿਲਾਂ ਕਿਹਾ ਸੀ ਕਿ ਨਹੀਂ ਇੱਦਾਂ ਨਹੀਂ ਚੱਲਣਾ, ਉੱਪਰੋਂ ਆਉਣ ਦਿਓ, ਇੱਕ ਮੈਸੇਜ ਆਉਣ ਦਿਓ, ਸੁਨੇਹਾ ਆਉਣ ਦਿਓ, ਸਾਰਿਆਂ ਨੇ ਚੇਂਜ ਹੋ ਜਾਣਾ। ਉਹ ਗੱਲ ਸਾਹਮਣੇ ਆ ਰਹੀ ਹੈ ਅੱਜ। ਜਿਸ ਤਰੀਕੇ ਦੀਆਂ ਚਰਚਾਵਾਂ ਪ੍ਰਸ਼ਾਂਤ ਕਿਸ਼ੋਰ ਨੂੰ ਲੈ ਕੇ ਨੇ, ਅਖਬਾਰਾਂ ਦੇ ਵਿੱਚ ਵੀ ਲੱਗਿਆ ਹੋਇਆ ਕਿ ਕੁਝ ਨਾ ਕੁਝ ਅੰਦਰ ਖਾਤੇ ਚੱਲ ਰਹੇ ਆ। ਦੇਖੋ, ਪ੍ਰਸ਼ਾਂਤ ਕਿਸ਼ੋਰ ਜਿੱਦਾਂ ਪੱਛਮੀ ਬੰਗਾਲ ਦੇ ਵਿੱਚ ਚੋਣਾਂ ਹੋਈਆਂ, ਉਹਨਾਂ ਨੇ ਕਿਹਾ ਸੀ ਕਿ ਮੈਂ ਸੰਨਿਆਸ ਲੈ ਲੂੰਗਾ ਜੇ ਦਹਾਈ ਦਾ ਅੰਕੜਾ ਛੂਗੀ ਭਾਜਪਾ, ਤਾਂ ਉਹ ਕਹਿੰਦੇ ਕਿ ਮੈਂ ਤਾਂ ਉਹਦੇ ਬਿਹਾਫ 'ਤੇ ਆਪਣਾ ਸੰਨਿਆਸ ਜਿਹੜਾ ਲੈ ਲਿਆ। ਲੇਕਿਨ ਕਾਂਗਰਸ ਦੇ ਵਿੱਚ ਵਿਰੋਧ ਖੜਾ ਹੋਇਆ ਸੀਗਾ ਉਹਨੂੰ। ਉਹ ਹੋ ਸਕਦਾ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਦਾਂ ਲੱਗਿਆ ਹੋਵੇ ਕਿ ਇਹਦੇ ਕਰਕੇ ਸ਼ਾਇਦ ਵਿਰੋਧ ਸ਼ੁਰੂ ਹੋਇਆ, ਮੁੱਦਾ ਕੋਈ ਹੋਰ ਚੱਕ ਲਿਆ। ਲੇਕਿਨ ਬਹਾਨਾ ਜਿਹੜਾ ਇਹਦਾ ਸੀਗਾ ਕਿ ਇਹਨੂੰ ਐਡਾ ਵੱਡਾ ਰੈਂਕ ਦਿੱਤਾ ਜਾਂ ਇੰਨੇ ਪੈਸੇ ਦਿੱਤੇ ਜਾ ਰਹੇ ਆ, ਕਹਿਣ ਨੂੰ ਤਾਂ 1 ਰੁਪਇਆ ਸੀਗਾ, ਅਤੇ ਸਹੂਲਤਾਂ ਦੇ ਦਿੱਤੀਆਂ ਗਈਆਂ। ਹੋ ਸਕਦਾ ਉਹਦੇ ਕਰਕੇ ਘਮਸਾਣ ਪੈ ਗਿਆ ਹੋਵੇ ਇਹਨਾਂ ਕਾਂਗਰਸ ਦੇ ਵਿੱਚ। ਲੇਕਿਨ ਇਹ ਵੀ ਹੈਗਾ ਕਿ ਜਿਵੇਂ ਉਹ ਕਹਿ ਰਹੇ ਕਿ ਮੇਰੀ ਟੀਮ ਜਿਹੜੀ ਕੰਪਨੀ ਹੈ ਉਹ ਟੀਮ ਦੇਖੂਗੀ ਆਪਣੇ ਪੱਧਰ 'ਤੇ, ਇਹ ਕਿਵੇਂ ਹੋ ਸਕਦਾ? ਕੰਪਨੀ ਕਿਹਦੀ ਹੈ? ਉਹ ਕੰਪਨੀ ਕਿਹਨੇ ਬਣਾਈ ਹੈ? ਕਿਹੜੀ ਟੀਮ ਹੈ ਉਹਨਾਂ ਦੀ? ਉਹ ਪਿੱਛੇ ਬੈਕਫੁੱਟ 'ਤੇ ਆ ਕੇ ਉਹਨਾਂ ਨੇ ਸਾਰਾ ਕੁਝ ਦੇਖਣਾ ਤਾਂ ਉਹਨਾਂ ਹੀ ਹੈ। ਹਾਲਾਂਕਿ ਪਹਿਲਾਂ ਰੌਲਾ ਪਿਆ ਸੀ ਟਿਕਟਾਂ ਦੀ ਵੰਡ ਦਾ, ਜਿਹੜਾ ਟਿਕਟਾਂ ਦੀ ਵੰਡ ਪ੍ਰਸ਼ਾਂਤ ਕਰੂ, ਲੇਕਿਨ ਕਲੀਅਰ ਵੀ ਕਰਤਾ ਸੀ ਕੈਪਟਨ ਅਮਰਿੰਦਰ ਸਿੰਘ ਨੇ ਕਿ ਟਿਕਟਾਂ ਦੀ ਵੰਡ ਤੱਕ ਨਹੀਂ ਹੈਗਾ ਇਹ ਮਸਲਾ, ਉਹਦਾ ਅਖਤਿਆਰ ਨਹੀਂ ਹੈਗਾ। ਪਰ ਹੁਣ ਜਿਵੇਂ ਜਿਵੇਂ ਪਤਾ ਲੱਗਦਾ ਜਾ ਰਿਹਾ ਜਾਂ ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ, ਤਾਂ ਜਿਹੜਾ ਬੈਕਫੁੱਟ 'ਤੇ ਬੰਦਾ ਚਲਾ ਗਿਆ, ਸੰਨਿਆਸ ਤਾਂ ਕੀ ਲੈਣਾ। ਉਹ ਜਿਹੜੀ ਕੰਪਨੀ ਕੰਮ ਕਰ ਰਹੀ ਹੈ ਤਾਂ ਕੰਪਨੀ ਦੀ ਕਾਰਗੁਜ਼ਾਰੀ, ਕੰਪਨੀ ਦੀ ਦੇਖ ਰੇਖ, ਕੰਪਨੀ ਕੀ ਕੰਮ ਕਰ ਰਹੀ ਹੈ, ਜਾਂ ਕੰਪਨੀ ਕੀ ਬਿਨਾਂ ਸਲਾਹ ਤੋਂ ਪ੍ਰਸ਼ਾਂਤ ਕਿਸ਼ੋਰ ਦੇ ਕੰਮ ਕਰੂ। ਮਤਲਬ ਇਨਵੋਲਵਮੈਂਟ ਪੂਰੀ ਤਰ੍ਹਾਂ ਹੈ, 100% ਹੈਗੀ ਇੱਥੇ। ਪੰਜਾਬ ਦੀ ਰਣਨੀਤੀ ਜਿਹੜੀ ਹੈਗੀ ਹੈ ਚੋਣਾਂ ਦੀ, ਉਹ ਪ੍ਰਸ਼ਾਂਤ ਕਿਸ਼ੋਰ ਵੱਲੋਂ ਹੀ ਘੜੀ ਜਾ ਰਹੀ ਹੈ। ਅਤੇ ਇਹ ਵੀ ਦੇਖਿਆ ਜਾ ਰਿਹਾ ਕਿ ਕਿਤੇ ਆਹ ਜਿਹੜੀ ਆਪਸੀ ਲੜਾਈ ਹੈ, ਚਾਹੇ ਸਿੱਧੂ ਦੀ ਆ ਕੈਪਟਨ ਨਾਲ, ਅਤੇ ਚਾਹੇ ਹੋਰਨਾਂ ਮੰਤਰੀਆਂ ਨੂੰ ਬੁਲਾਇਆ ਜਾ ਰਿਹਾ ਕੈਪਟਨ ਦੇ ਵਿਰੁੱਧ, ਕਿਤੇ ਇਹ ਮੈਦਾਨ ਤਾਂ ਨਹੀਂ ਤਿਆਰ ਕੀਤਾ ਜਾ ਰਿਹਾ, ਇਹ ਰਣਨੀਤੀ ਦਾ ਇੱਕ ਹਿੱਸਾ ਤਾਂ ਨਹੀਂ ਹੈਗਾ। ਇਹ ਵੀ ਦੇਖਿਆ ਜਾ ਰਿਹਾ ਕਿ ਪ੍ਰਸ਼ਾਂਤ ਕਿਸ਼ੋਰ ਦੀ ਇੱਕ ਰਣਨੀਤੀ ਦਾ ਹਿੱਸਾ ਤਾਂ ਨਹੀਂ ਕਿ ਕੈਪਟਨ ਦਾ ਵਿਰੋਧ ਖੜਾ ਕਰਕੇ ਫਿਰ ਇੱਕਦਮ ਕੁਛ ਨਾ ਕੁਛ ਇੱਦਾਂ ਦਾ ਕਰ ਦੇਣਾ ਕਿ ਕਿਸੇ ਨੂੰ ਕਿਸੇ ਬੜੇ ਖੜੇ ਬੰਦੇ ਨੂੰ ਫੜ ਕੇ ਅੰਦਰ ਕਰ ਦੇਣਾ। ਦੇਖੋ ਜੀ, ਇੱਕਦਮ ਜਿਹੜੀ ਸਿੱਟ ਦੀ, ਉਹ ਤੁਸੀਂ ਦੇਖਿਆ ਹੀ ਹੋਊਗਾ, ਕੱਲ੍ਹ ਦੌਰਾ ਵੀ ਕੀਤਾ ਉਹਨਾਂ ਨੇ, ਸਿੱਟ ਦੀ ਇੱਕਦਮ ਜਿਹੜੀਆਂ ਕਾਰਵਾਈਆਂ ਨੇ ਉਹਨਾਂ ਦੇ ਵਿੱਚ ਤੇਜ਼ੀ ਜਾਣੀ। ਠੀਕ ਹੈ, ਅਤੇ ਉਸ ਚੀਜ਼ ਨੂੰ ਵੀ ਹਾਂ ਦੇਖੋ ਕਾਂਗਰਸੀਆਂ ਨੇ ਦਬਾਅ ਬਣਾਇਆ, ਨਵਜੋਤ ਸਿੰਘ ਸਿੱਧੂ ਨੇ ਵੀ ਦਬਾਅ ਬਣਾਇਆ ਅਤੇ ਕੈਪਟਨ ਤੋਂ ਆਹ ਕੰਮ ਕਰਵਾਇਆ, ਅਤੇ ਉਹ ਵੋਟਾਂ ਲੈਣ ਦੇ ਵਿੱਚ ਕਿਤੇ ਨਾ ਕਿਤੇ ਸਹਾਈ ਸਿੱਧ ਹੋ ਸਕਦਾ ਹੋਵੇ ਕਾਂਗਰਸ ਦੇ ਲਈ, ਪੂਰੀ ਕਾਂਗਰਸ ਟੀਮ ਦੇ ਲਈ। ਈਵਨ ਸਿੱਧੂ ਵੀ ਇਨਵੋਲਵ ਹੈ ਇਹਦੇ 'ਚ, ਅਤੇ ਕੈਪਟਨ ਅਮਰਿੰਦਰ ਵੀ। ਇਹਨਾਂ ਦੀ ਸਾਰਿਆਂ ਦੀ ਰਲੀ ਮਿਲੀ ਕਿ ਕੋਈ ਇੱਦਾਂ ਦੀ ਕੋਈ ਰਣਨੀਤੀ ਤਾਂ ਨਹੀਂ ਹੈਗੀ ਜਿਹੜੀ ਪ੍ਰਸ਼ਾਂਤ ਕਿਸ਼ੋਰ ਵੱਲੋਂ ਘੜੀ ਗਈ ਹੋਵੇ ਅਤੇ ਇਹ ਡਰਾਮਾ ਚੱਲ ਰਿਹਾ ਹੋਵੇ। ਇਹ ਵੀ ਇਸ ਨਾਲ ਵੀ ਇਹਨੂੰ ਚੀਜ਼ ਨੂੰ ਜੋੜ ਕੇ ਦੇਖਿਆ ਜਾ ਰਿਹਾ। ਬਿਲਕੁਲ ਬਿਲਕੁਲ, ਇੱਕ ਤਰੀਕੇ ਦੇ ਨਾਲ ਕਾਂਗਰਸ ਦੇ ਵਿੱਚ ਸਿਆਸੀ ਡਰਾਮਾ ਹੀ ਨਜ਼ਰ ਆ ਰਿਹਾ ਹੁਣ ਤੱਕ। ਅੱਗੇ ਕੀ ਹੁੰਦਾ ਉਹਦੇ ਉੱਤੇ ਨਜ਼ਰ ਹੈਗੀ। ਪਰਮਿੰਦਰ ਜੀ, ਅਗਲੀ ਖਬਰ ਕਰੋਨਾ ਨਾਲ ਜੁੜੀ ਹੈ ਕਿ ਭਾਰਤ ਨੇ ਚੀਨ ਤੋਂ ਹੁਣ ਮਦਦ ਮੰਗ ਲਈ ਹੈ। ਦੇਖੋ, ਇਹ ਤਾਂ ਹੁਣ ਜਿਹੜੇ ਮੋਦੀ ਭਗਤ ਸੀਗੇ ਉਹਦਾ ਜਵਾਬ ਇਹ ਤਾਂ ਉਹੀ ਦੇ ਸਕਦੇ ਨੇ। ਐਡਾ ਵੱਡਾ ਅਟੈਕ ਚੀਨ ਦਾ ਹੋਣਾ, ਚੀਨ ਦੇ ਨਾਂ 'ਤੇ ਐਡੀ ਵੱਡੀ ਗੇਮ ਖੇਡੀ ਜਾਣੀ, ਚੀਨ ਕਰਕੇ ਚੀਨ ਖਦੇੜਤਾ, ਚੀਨ ਦਾ ਮਾਲ ਵਿਕਣਾ ਬੰਦ ਕਰਤਾ, ਚੀਨ ਦੇ ਪ੍ਰੋਡਕਟ ਬੰਦ ਕਰਤੇ, ਮੇਕ ਇਨ ਇੰਡੀਆ ਫਲਾਣਾ ਜੋ ਵੀ ਇਹਨਾਂ ਨੇ ਰੌਲਾ ਪਾਇਆ, ਸਰਕਾਰਾਂ ਨੇ, ਮੋਦੀ ਸਰਕਾਰ ਦਾ ਮੋਦੀ ਟੀਮ ਨੇ ਰੌਲਾ ਪਾਇਆ, ਅਤੇ ਉਹਦਾ ਜਵਾਬ ਵੀ ਹੁਣ ਇਹ ਦੇ ਸਕਦੇ ਨੇ। ਹੁਣ ਜਾ ਕੇ ਮਦਦ ਲੈਣ ਨੂੰ ਚੀਨ ਹੀ ਦਿਖਿਆ ਸੀ। ਕਿਹੜਾ ਦੇਸ਼ ਛੱਡਿਆ ਜਿਹੜਾ ਜਿਹਤੋਂ ਮੋਦੀ ਨੇ ਮਦਦ ਨਹੀਂ ਲਈ ਹੈਗੀ?
ਕੋਈ ਐਸਾ ਦੇਸ਼ ਦੱਸੋ ਜਿਹਦਾ ਨਾਂ ਲਓ ਜਿੱਦੋਂ ਇਹਨਾਂ ਨੇ ਮਦਦ ਨਹੀਂ ਮੰਗਾਈ। ਹੁਣ ਕਿਸ ਬਿਹਾਫ ਤੇ ਕੋਈ ਹੁਣ ਕਹਿੰਦੇ ਪ੍ਰੋਡਕਟਸ ਵੇ ਜਿਹੜੀ ਸਪਲਾਈ ਚੇਨ ਹੈ ਉਹ ਨਾ ਤੋੜੀ ਜਾਵੇ, ਉਹ ਕਾਰਗੋ ਵਾਲਾ ਜਿਹੜਾ ਰਸਤਾ ਹੈਗਾ ਉਹ ਵੀ ਖੋਲ੍ਹਿਆ ਜਾਵੇ, ਉਹ ਬੰਦ ਪਿਆ ਸੀਗਾ। ਅਤੇ ਮੈਡੀਕਲ ਦੀਆਂ ਜਿਹੜੀਆਂ ਚੀਜ਼ਾਂ ਨੇ ਸੁਵਿਧਾਵਾਂ ਨੇ ਜਾਂ ਮੈਡੀਕਲ ਦੇ ਹੋਰ ਸਾਜੋ ਸਮਾਨ ਹੈ ਉਹਨਾਂ ਦੇ ਲਈ ਵੀ ਜਿਹੜਾ ਚੀਨ ਨਾਲ ਹੱਥ ਮਿਲਾਇਆ ਜਾ ਰਿਹਾ। ਅਤੇ ਸਾਡੇ ਫਿਰ ਮੇਕ ਇਨ ਇੰਡੀਆ ਕਿੱਧਰ ਗਿਆ ਹੁਣ? ਜਾਂ ਹੁਣ ਚੀਨ ਦੁਸ਼ਮਣ ਨਹੀਂ ਰਿਹਾ? ਅਤੇ ਜੇ ਆਹੀ ਚੀਜ਼ ਪਾਕਿਸਤਾਨ ਨਾਲ ਗੱਲ ਕਰਦਾ, ਪਾਕਿਸਤਾਨ ਕਹਿੰਦਾ ਕਿ ਮੈਂ ਸਹਾਇਤਾ ਦੇਣ ਨੂੰ ਤਿਆਰ ਹਾਂ, ਉਹ ਸਭ ਤੋਂ ਬੜਾ ਦੁਸ਼ਮਣ ਗਰਦਾਨ ਦਿੰਦੇ ਆ। ਅਤੇ ਚੀਨ ਤੁਹਾਡੇ ਜਾ ਕੇ ਉੱਥੇ ਕਬਜ਼ਾ ਕਰਦਾ ਹੈ ਲਦਾਖ ਦੇ ਵਿੱਚ ਜਾ ਕੇ, ਉੱਥੇ ਜਾ ਕੇ ਉਹ ਤੁਹਾਡੀ ਜ਼ਮੀਨ ਨੱਪ ਲੈਂਦਾ, ਤੁਹਾਡੇ ਫੌਜੀਆਂ ਨਾਲ ਲੜਾਈ ਕਰਦਾ, ਠੀਕ ਹੈ, ਅਤੇ ਉਹ ਤੁਹਾਡਾ ਦੋਸਤ ਬਣ ਗਿਆ ਹੁਣ। ਮਤਲਬ ਕਹਿਣ ਦਾ ਭਾਵ ਇਹ ਹੈ ਕਿ ਜਵਾਬ ਕੋਈ ਨਹੀਂ ਸਰਕਾਰ ਕੋਲ। ਸਰਕਾਰ ਦੀ ਕਾਰਗੁਜ਼ਾਰੀ ਏਡੀ ਮਾੜੀ ਹੋ ਗਈ ਅਤੇ ਵੈਂਟੀਲੇਟਰਾਂ ਦੇ ਵਿੱਚ ਇਹਨਾਂ ਨੇ ਘਪਲਾ ਜਿਹੜਾ ਸਾਹਮਣੇ ਆ ਰਿਹਾ ਹੁਣ ਵੀ, ਉਹ ਕਹਿੰਦੇ ਅਸੀਂ ਠੀਕ ਭੇਜੇ ਹੈ। ਅਤੇ ਮਤਲਬ ਜਿੱਥੋਂ ਹੋ ਸਕਦਾ ਹੈ ਖਰਚ ਕੀਤਾ ਜਾ ਰਿਹਾ ਪੰਜਾਬ ਦਾ, ਭਾਰਤ ਦਾ ਪੈਸਾ, ਭਾਰਤ ਦੇ ਲੋਕਾਂ ਦਾ ਜਿਹੜਾ ਟੈਕਸਾਂ ਨਾਲ ਦਿੱਤਾ ਹੋਇਆ, ਉਹ ਆਪਣੇ ਟੀਮ ਦੇ ਲਈ, ਆਪਣੇ ਜਿਹੜੇ ਕਾਰਪੋਰੇਟ ਸਾਥੀ ਮਿੱਤਰ ਦੋਸਤ ਸੀਗੇ ਉਹਨਾਂ ਦੇ ਲਈ, ਉਹਨਾਂ ਨੂੰ ਘਪਲੇ ਕਰਵਾ ਕੇ ਵਿਦੇਸ਼ਾਂ ਦੇ ਵਿੱਚ ਭੇਜਤਾ, ਦੜਾ ਤੇ ਉਹ। ਅਤੇ ਹੁਣ ਪਿੱਛੇ ਕੀ ਰਹਿ ਗਿਆ? ਸਾਰਾ ਪੈਸਾ ਤਾਂ ਇਹਨਾਂ ਨੇ ਇੱਧਰ ਉੱਧਰ ਵੰਡ ਲਿਆ, ਇਕੱਠਾ ਕਰ ਲਿਆ। ਹੁਣ ਚੀਨ ਨੂੰ, ਨੇਪਾਲ ਨੂੰ, ਬੰਗਲਾਦੇਸ਼ ਨੂੰ, ਅਮਰੀਕਾ ਨੂੰ, ਰੂਸ ਨੂੰ ਜਾਂ ਹੋਰ ਦੇਸ਼ਾਂ ਨੂੰ ਆਵਾਜ਼ਾਂ ਮਾਰ ਰਹੇ ਆ, ਆ ਜਾਓ ਸਾਡੀ ਮਦਦ ਕਰ ਦਿਓ, ਆ ਜਾਓ ਸਾਡੀ ਮਦਦ ਕਰ ਦਿਓ। ਟੈਕਸ ਪੇਅਰ ਨੇ ਜਿਹੜੇ ਭਾਰਤ ਦੇ ਵਾਸੀ, ਉਹਨਾਂ ਨੂੰ ਕਿਹਾ ਜਾ ਰਿਹਾ ਦੇ ਦਿਓ, ਤਨਖਾਹਾਂ ਕੱਟ ਲਓ ਜੀ ਮੁਲਾਜ਼ਮਾਂ ਦੀਆਂ, ਜਾਂ ਹੋਰ ਲੋਕਾਂ ਤੋਂ ਲੈ ਲਓ ਜੀ, ਜਾਂ ਕੋਈ ਸਹਾਇਤਾ ਕਰੋ ਜੀ, ਆਪਸ ਵਿੱਚ ਰਲ ਕੇ ਸਹਾਇਤਾ ਕਰ ਦਿਓ। ਯਾਨੀ ਕਿ ਸਰਕਾਰ ਦਾ ਕੰਮ ਕਿਤੇ ਵੀ ਕੋਈ ਨਜ਼ਰ ਨਹੀਂ ਆ ਰਿਹਾ ਜਿਹੜਾ ਮੋਦੀ ਸਰਕਾਰ ਨੇ ਕਰਿਆ ਹੋਵੇ, ਜਿਹਦੀ ਸ਼ਲਾਘਾ ਕਰ ਸਕੀਏ ਜਾਂ ਸੋਚ ਸਕੀਏ ਵੀ ਇੱਦਾਂ ਦੀ ਸਰਕਾਰ ਪਹਿਲਾਂ ਨਹੀਂ। ਹਾਂ, ਮਾੜੇ ਕੰਮ ਪਿੱਛੇ ਸੋਚਿਆ ਜ਼ਰੂਰ ਜਾ ਰਿਹਾ ਹੈ। ਸੋਸ਼ਲ ਮੀਡੀਆ ਦੇ ਉੱਤੇ ਬਕਾਇਦਾ ਤੌਰ 'ਤੇ ਵਾਇਰਲ ਹੋ ਰਹੀਆਂ ਨੇ ਕਿ ਮੋਦੀ ਦੀ ਫੋਟੋ ਲਾ ਕੇ ਕਿਹਾ ਜਾ ਰਿਹਾ ਕਿ ਮੈਨੂੰ ਦੁਬਾਰਾ ਮੌਕਾ ਦਓਗੇ, ਤਾਂ 99% ਲੋਕ ਨਾ ਕਰੀ ਜਾ ਰਹੇ ਨੇ। ਇਸ ਪੱਖੋਂ ਜ਼ਰੂਰ ਪਬਲਿਸਿਟੀ ਮਿਲ ਰਹੀ ਹੈ ਮੋਦੀ ਟੀਮ ਨੂੰ। ਜਿਸ ਤਰ੍ਹਾਂ ਤਿਆਰੀਆਂ ਕਿ ਮਜ਼ਦੂਰ ਜਿਹੜੇ ਨਿਊ ਪਲਾਇਨ ਕਰ ਰਹੇ ਨੇ, ਤਾਂ ਸੁਪਰੀਮ ਕੋਰਟ ਨੇ ਉਹਨੂੰ ਹੁਕਮ ਦਿੱਤਾ ਹੈ ਕਿ ਆਪਣੇ ਥਾਂ ਦੇ ਉੱਤੇ ਜਿਹੜੇ ਸੂਬੇ ਨੇ ਉਹ ਇੰਤਜ਼ਾਮ ਕਰਨ ਉਹਨਾਂ ਦੇ ਲਈ ਖਾਣ ਪੀਣ ਦਾ। ਇਹਨੂੰ ਕਿੱਦਾਂ ਦੇਖਦੇ ਹੋ ਕਿ ਪਹਿਲਾਂ ਤੋਂ ਸਬਕ ਲਿਆ ਜਾਂ ਫਿਰ ਹੁਣ ਜੋ ਕੁਝ ਹੋ ਰਿਹਾ ਉਹਦੇ ਕਰਕੇ ਸਾਰਾ ਕੁਝ ਕਿ ਕਰੋਨਾ ਫੈਲ ਨਾ ਜਾਵੇ? ਜੇ ਸਬਕ ਲਿਆ ਹੁੰਦਾ, ਵੈਸੇ ਹੁਣ ਮੈਨੂੰ ਮਾਨਯੋਗ ਕੋਰਟ ਦਾ ਜਿਹੜਾ ਡਿਸੀਜਨ ਹੈ ਉਹਦੇ ਤੋਂ ਤਾਂ ਲੱਗਦਾ ਨਹੀਂ। ਜੇ ਸਬਕ ਲਿਆ ਹੁੰਦਾ ਤਾਂ ਪਹਿਲਾਂ ਆਲਰੇਡੀ ਬੰਦੋਬਸਤ ਹੋ ਜਾਣੇ ਚਾਹੀਦੇ ਸੀਗੇ, ਕਿਉਂਕਿ ਦੂਜੀ ਲਹਿਰ ਦਾ ਰੌਲਾ ਤਾਂ ਪੈ ਚੁੱਕਿਆ ਸੀ ਨਾ, ਜਿਵੇਂ ਹੁਣ ਤੀਜੀ ਲਹਿਰ ਦਾ ਰੌਲਾ ਪੈ ਰਿਹਾ। ਹੁਣ ਤੀਜੀ ਲਹਿਰ ਦੇ ਲਈ ਕੌਣ ਤਿਆਰ ਰਹੋ? ਲੋਕ। ਯਾਨੀ ਕਿ ਫਿਰ ਲੋਕਾਂ ਦੀ ਮਦਦ ਲਈ ਲੰਗਰ ਲਾਉਣ ਲਈ ਪ੍ਰਬੰਧ ਕਰਨੇ ਸ਼ੁਰੂ ਕਰ ਦਿਓ ਜੀ। ਸਰਕਾਰਾਂ ਦੀ ਕੋਈ ਜ਼ਿੰਮੇਵਾਰੀ ਨਹੀਂ। ਅਤੇ ਉਸ ਦਾ ਨੋਟਿਸ ਲਿਆ ਕੋਰਟ ਨੇ, ਕਿਹਾ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਨੇ NCR ਦੇ ਵਿੱਚ, ਉਹਨਾਂ ਦੇ ਲਈ ਲੰਗਰ ਦਾ, ਜਾਂ ਜੇ ਉਹਨਾਂ ਨੇ ਜਾਣਾ ਚਾਹੁੰਦੇ ਨੇ ਉਹ, ਤਾਂ ਉਹਨਾਂ ਦੇ ਪਲਾਨ ਕਰਨ ਲਈ ਆਵਾਜਾਈ ਦਾ ਜਿਹੜਾ ਪ੍ਰਬੰਧ ਉਹ ਕੀਤਾ ਜਾਵੇ। ਅਤੇ ਉਹ ਹੁਣ ਕੋਰਟ ਨੂੰ ਆਪ ਆਉਣਾ ਪਿਆ ਅੱਗੇ, ਆਪ ਆ ਕੇ ਹੁਣ ਜੇ ਉਹਨਾਂ ਦੇ ਲਈ ਪ੍ਰਬੰਧ ਨਹੀਂ ਕਰਦੇ ਅਤੇ ਇੱਥੇ ਕੋਰਟ ਦੇ ਵਿੱਚ ਜਵਾਬ ਦੇਣਾ ਔਖਾ ਹੋਏਗਾ। ਹੁਣ ਇੱਥੇ ਕੋਰਟ ਲਗਾਤਾਰ, ਮੈਂ ਕਹਿੰਦਾ ਕਿ ਆਪਣਾ ਘੱਟੋ ਘੱਟ ਲੋਕਾਂ ਦੀ, ਆਵਾਮ ਦੇ ਲਈ, ਭਾਰਤ ਦੀ ਆਵਾਮ ਦੇ ਲਈ, ਲੋਕਾਂ ਦੇ ਲਈ ਆਵਾਜ਼ ਤਾਂ ਉਠਾ ਰਹੀ ਹੈ। ਇਹਨਾਂ ਦੇ ਨਿਸ਼ਾਨੇ ਤੇ ਇੱਕ ਵਾਰ ਫੇਰ ਕੇਂਦਰ ਦੇ ਕਿਸਾਨ ਆ ਗਏ ਨੇ। ਆਪਾਂ ਦੇਖਿਆ ਕਿ ਖੱਟਰ ਹੋਣਾ ਦਾ ਬਿਆਨ ਸਾਹਮਣੇ ਆਇਆ, ਉੱਧਰੋਂ ਗੁਰਨਾਮ ਸਿੰਘ ਚੜੂੰਨੀ ਨੇ ਵੀ ਪਲਟਵਾਰ ਕੀਤਾ। ਉਹ ਕਹਿੰਦੇ ਕਿਸਾਨ ਕਰੋਨਾ ਫੈਲਾ ਰਹੇ ਨੇ, ਕਿਸਾਨ ਕਹਿੰਦੇ ਕਿ ਸਰਕਾਰ ਜਿਹੜੀ ਉਹ ਬਹਾਨੇ ਭਾਲਦੀ ਹੈ। ਉਹ ਤਾਂ ਭਾਲਦੀ ਹੋਈ ਹੈ ਸੁਖਵਿੰਦਰ ਜੀ। ਆਪਾਂ ਕਦੋਂ ਇਸ ਗੱਲ ਦੀ ਆਪਾਂ ਕੀ ਕੋਈ ਵੀ ਬੰਦਾ ਇਸ ਗੱਲ ਦੀ ਪ੍ਰੋੜ ਤਾਂ ਕਰਦਾ ਹੀ ਨਹੀਂ ਕਦੇ ਵੀ ਕਿ ਜਿਹੜੀ ਆਹ ਕੇਂਦਰ ਦੇ ਵਿੱਚ ਸਰਕਾਰ ਆ BJP ਦੀ ਹੈ, ਚਾਹੇ ਹਰਿਆਣਾ ਦੇ ਵਿੱਚ BJP ਦੀ ਹੈ, ਅਤੇ ਇਹਨਾਂ ਨੇ ਕਦੇ ਅੰਦੋਲਨ ਨੂੰ ਸਹੀ ਠਹਿਰਾਇਆ ਜਾਂ ਇਹਨਾਂ ਨੇ ਕੋਈ ਹੱਥ ਕੰਡਾ ਨਹੀਂ ਵਰਤਿਆ ਇਹਨਾਂ ਨੂੰ ਉਠਾਉਣ ਦੇ ਲਈ। ਅਤੇ ਹੁਣ ਕਰੋਨਾ ਦੀ ਮਹਾਮਾਰੀ ਵਾਲਾ ਇੱਕ ਬਹੁਤ ਵੱਡਾ ਇਹਨਾਂ ਕੋਲ ਮੁੱਦਾ ਜਿਹੜਾ ਹੱਥ 'ਚ ਆ ਗਿਆ, ਉਹਨੂੰ ਕੈਸ਼ ਕਰਨਾ ਚਾਹੁੰਦੇ ਆ ਇਹ। ਉਹ ਬਹਾਨਾ ਲਾ ਕੇ ਚਾਹੇ ਕੋਰਟ ਦੇ ਵਿੱਚ ਜਾਣ ਜਾਂ ਲੋਕਾਂ ਨੂੰ ਡਰਾਉਣ ਜਾਂ ਕੁਛ ਕਰਨ, ਉਹਦੇ ਤਹਿਤ ਇਹਨਾਂ ਨੂੰ ਉਠਾਉਣਾ ਚਾਹੁੰਦੇ ਨੇ। ਜਿਵੇਂ ਹੁਣ ਤੁਸੀਂ ਦੇਖਿਆ ਹੀ, ਖੱਟਰ ਦਾ ਬਿਆਨ ਆਇਆ, ਕਹਿੰਦਾ ਸੀ ਮੈਂ ਤਾਂ ਅਪੀਲ ਕੀਤੀ ਸੀ ਕਿ ਚਲੇ ਜਾਓ ਫੇਰ ਆ ਜਿਓ। ਜੇ ਇਹਨਾਂ ਨੂੰ ਐਡੀ ਫਿਕਰ ਹੁੰਦੀ ਤਾਂ ਕਾਨੂੰਨ ਹੀ ਰੱਦ ਕਰ ਦਿੰਦੇ। ਫੇਰ ਆ ਜਾਓ ਮਤਲਬ ਕਾਨੂੰਨ ਨਹੀਂ ਰੱਦ ਕਰਨੇ, ਲੋਕ ਆ ਜਾਓ ਫੇਰ ਮਰ ਜਾਓ, ਆ ਕੇ ਉੱਥੇ ਫੇਰ ਬੈਠ ਜਾਓ ਭੁੱਖੇ, ਅਤੇ ਫੇਰ ਬੈਠ ਜਾਓ ਗਰਮੀ ਸਰਦੀ 'ਚ ਹੰਢਾਓ, ਉੱਥੇ ਸਾਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਆਪਣੇ ਏਸੀਆਂ 'ਚ ਬੈਠੇ, ਗਰਮੀ 'ਚ ਠੰਡ 'ਚ ਹੀ ਹੀਟਰ ਲਾ ਕੇ ਆਰਾਮ ਨਾਲ ਬੈਠਾਂਗੇ, ਤੁਹਾਡੇ ਸਿਰ 'ਤੇ ਬੈਠਾਂਗੇ, ਸਾਰੀਆਂ ਸਹੂਲਤਾਂ ਅਸੀਂ ਮਾਣਾਂਗੇ, ਤੁਸੀਂ ਬੈਠੋ ਧੁੱਪਾਂ 'ਚ ਉੱਥੇ। ਜਾਣੀ ਕਿ ਕਹਿਣ ਦਾ ਭਾਵ ਹੈ ਜੇ ਇਹਨਾਂ ਨੂੰ ਕਰੋਨਾ ਦਾ ਐਡਾ ਹੀ ਫਿਕਰ ਸੀ, ਸੱਚੀ ਮੁੱਚੀ ਲੋਕਾਂ ਦਾ ਫਿਕਰ ਸੀ, ਤਾਂ ਕਾਨੂੰਨ ਹੀ ਬਣਾਏ ਆ, ਰੱਦ ਕਰ ਦਿਓ, ਕਿੱਡੀ ਗੱਲ ਆ। ਤੁਸੀਂ ਕਹੋ ਵੀ ਤੁਹਾਡੇ ਇਹੀ ਬਹਾਨਾ ਲੈਣੋ ਕਿ ਤੁਹਾਡੇ ਕਰਕੇ ਲੱਖਾਂ ਹੋਰ ਲੋਕ ਮਾਰੇ ਜਾ ਰਹੇ ਹੈ, ਇਸ ਕਰਕੇ ਅਸੀਂ ਉਹਨਾਂ ਲੋਕਾਂ ਦਾ ਦੇਖਦੇ ਹੋਏ ਤੁਹਾਡੇ ਕਾਨੂੰਨ ਰੱਦ ਕਰਨ, ਤੁਸੀਂ ਜਾਓ, ਇਹੀ ਕਰ ਲੈਣ।
ਹੋਰਨਾਂ ਲੋਕਾਂ ਦੀ ਉਹ ਸੋਚ ਲੈਣ। ਇਕੱਲੇ ਕਿਸਾਨਾਂ ਨੂੰ ਫਾਇਦਾ ਦੇਣ ਵਾਸਤੇ ਜੇ ਤੁਸੀਂ ਕਹਿੰਦੇ ਹੋ ਕਿ ਕਿਸਾਨਾਂ ਨੂੰ ਫਾਇਦਾ ਦੇ ਰਹੇ ਹਾਂ, ਅਸੀਂ ਬੈਠੇ ਹਾਂ ਤਾਂ ਕਾਨੂੰਨ ਬਣਾਏ ਆ, ਇਕੱਲੇ ਕਿਸਾਨਾਂ ਨੂੰ ਫਾਇਦਾ ਦੇਣ ਵਾਸਤੇ ਲੱਖਾਂ ਲੋਕਾਂ ਦੀ ਜਾਨ ਕਿਉਂ ਲੈ ਰਹੇ ਹੋ ਫਿਰ? ਬਿਲਕੁਲ। ਇੰਨਾ ਹੀ ਬਹਾਨਾ ਲੱਭ ਲੈਣਾ ਕਿ ਸਾਨੂੰ ਭਾਈ, ਸਾਨੂੰ ਤਾਂ ਆਹ ਕਰੋਨਾ ਦਾ ਡਰ ਹੈ, ਜਿਹੜੇ ਵਿਚਾਰੇ ਮਾਸੂਮ ਨੇ ਲੋਕ, ਜ਼ਿੰਦਗੀਆਂ ਜਾ ਰਹੀਆਂ ਨੇ, ਬਜ਼ੁਰਗ ਬੱਚੇ ਇਸ ਦੀ ਲਪੇਟ 'ਚ ਆ ਰਹੇ ਨੇ, ਉਹਨਾਂ ਕਰਕੇ ਅਸੀਂ ਤੁਹਾਡੀ ਜਿੱਦ ਮੰਨੀ, ਤੁਹਾਡੇ ਕਰਕੇ ਨਹੀਂ ਮੰਨੀ, ਉਹਨਾਂ ਕਰਕੇ ਮੰਨ ਲਈ। ਹੁਣ ਤੁਸੀਂ ਜਾਓ, ਅਸੀਂ ਰੱਦ ਕਰਤੇ ਕਾਨੂੰਨ, ਇੰਨਾ ਕਹਿਣ। ਪਰ ਚੰਦੂਨੀ ਨੇ ਜਿਵੇਂ ਕਹਿ ਦਿੱਤਾ ਕਿ ਜਿਹੜੇ ਹਰਿਆਣਾ ਦੇ ਪਿੰਡਾਂ ਦੇ ਵਿੱਚ ਫੈਲ ਰਿਹਾ, ਉਹ ਦਿੱਲੀ ਤੋਂ ਜਿਹੜੇ ਆ ਰਹੇ ਨੇ, ਉੱਥੇ ਨੌਕਰੀ ਪੇਸ਼ਾ ਕਰਦੇ ਸੀ ਜਾਂ ਕਿਸੇ ਕੰਮ ਰੁਜ਼ਗਾਰ 'ਤੇ ਲੱਗੇ ਹੋਏ ਸੀ, ਉਹ ਲੋਕ ਆ ਰਹੇ ਨੇ ਪਿੰਡਾਂ ਦੇ ਵਿੱਚ, ਤਾਂ ਉਹਨਾਂ ਦੇ ਕਰਕੇ ਇਹ ਜਿਹੜਾ ਕਰੋਨਾ ਕਿਤੇ ਫੈਲ ਰਿਹਾ। ਬਾਕੀ ਕਿਸਾਨ ਯੂਨੀਅਨਾਂ ਦੇ ਵਿੱਚੋਂ ਇੱਦਾਂ ਦਾ ਕੋਈ ਨਹੀਂ, ਜੇ ਕੋਈ ਹੁੰਦਾ ਵੀ ਹੈ ਤਾਂ ਉਹਦਾ ਇਲਾਜ ਚੱਲਦਾ ਜਾਂ ਉਹਨੂੰ ਬਕਾਇਦਾ ਤੌਰ 'ਤੇ, ਨਾਲੇ ਜੇ ਐਡੀ ਵੱਡੀ ਮਹਾਂਮਾਰੀ ਦੇ ਵਿੱਚ ਇੱਥੇ ਫੈਲਿਆ ਹੁੰਦਾ ਤਾਂ ਉਹ ਸਾਰੇ ਪੀੜਤ ਹੋ ਜਾਂਦੇ ਨਾ, ਤੇ ਇਕੱਲੇ ਘਰਾਂ ਨੂੰ ਆ ਕੇ ਥੋੜ੍ਹੀ ਪੀੜਤ ਹੋਣਗੇ। ਸੋ ਮਤਲਬ ਕਹਿ ਲਓ ਬਲੇਮ ਕੀਤਾ ਜਾ ਰਿਹਾ ਹਰਿਆਣਾ ਸਰਕਾਰ ਵੱਲੋਂ। ਮਨਸ਼ਾ ਇਹੀ ਹੈ ਕਿ ਜਿਹੜਾ ਇਹ ਅੰਦੋਲਨ ਹੈ ਇਹਨੂੰ ਕਿਸੇ ਨਾ ਕਿਸੇ ਤਰੀਕੇ ਇੱਥੋਂ ਬੰਦ ਕਰਵਾ ਕੇ ਲੋਕਾਂ ਨੂੰ ਘਰੋਂ ਘਰੀ ਭੇਜ ਦਿੱਤਾ ਜਾਵੇ। ਸ਼ੁਕਰੀਆ ਪਰਮਿੰਦਰ ਜੀ। ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕੇਂਦਰ ਸਰਕਾਰ ਵੱਲੋਂ ਜਿਹੜਾ ਉਹ ਕਿਸਾਨਾਂ ਉੱਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਸਨਮਾਨ ਨਿਧੀ ਯੋਜਨਾ ਦੇ ਤਹਿਤ ਕਿਸਾਨਾਂ ਨੂੰ 2-2 ਹਜ਼ਾਰ ਭੇਜਿਆ। ਦਿਖਾਵਾ ਕਰਨ ਦੀ ਥਾਂ 'ਤੇ ਜੇ ਖਾਤਿਆਂ ਜਾਂਦੇ ਨਾ ਕਿਸੇ ਨੂੰ ਦੱਸਦੇ, ਪਤਾ ਲੱਗ ਹੀ ਜਾਣਾ ਸੀ, ਲੋਕ ਆਪੋ ਆਪਣੀ ਤੁਹਾਡੇ ਵੱਲ ਜਿਹੜਾ ਉਹ ਪ੍ਰਭਾਵਿਤ ਹੁੰਦੇ। ਪਰ ਇਹੋ ਜਿਹਾ ਕੁਝ ਨਹੀਂ, ਸਰਕਾਰ ਸਿਰਫ ਆਪਣਾ ਸੋਚ ਰਹੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣੇ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।